ਤੁਸੀਂ ਸੁਣ ਰਹੇ ਹੋ ਕਿਤਾਬ ਸੱਚ ਦੀ ਭਾਲ ਵਿੱਚ, ਜਿਸ ਦੇ ਲੇਖਕ ਹਨ ਡਾਕਟਰ ਦਲਜੀਤ ਸਿੰਘ। ਅੱਜ ਤੁਸੀਂ ਸੁਣੋਗੇ ਅਗਾਊਂ ਸ਼ਬਦ ਅਤੇ ਜੰਗਾਂ ਦੇ ਪਾਂਬੜ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਾਊਂ ਸ਼ਬਦ। ਖਬਰਾਂ ਜਾਣਨ ਦੀ ਚੇਟਕ ਤਾਂ ਮੈਨੂੰ ਛੋਟੀ ਉਮਰੇ ਹੀ ਲੱਗ ਗਈ ਸੀ। ਮੇਰੇ ਪਿਤਾ ਪ੍ਰੋਫੈਸਰ ਸਾਹਿਬ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪੜ੍ਹਾਉਂਦੇ ਸਨ ਅਤੇ ਅਸੀਂ ਕੁਆਟਰ ਨੰਬਰ 24 ਵਿੱਚ ਰਹਿੰਦੇ ਸਾਂ। 1943 ਵਿੱਚ ਮੈਂ 9 ਸਾਲ ਦਾ ਸੀ ਜਦੋਂ ਮੈਨੂੰ ਘਰ ਅੰਦਰ ਇੱਕ ਛੋਟੇ ਜਿਹੇ ਫਿਲਿਪਸ ਰੇਡੀਓ ਦੀ ਮਹੱਤਤਾ ਦੀ ਸਮਝ ਆਈ। ਦੂਜੀ ਜੰਗ ਜ਼ੋਰਾਂ 'ਤੇ ਸੀ। ਖਬਰਾਂ ਦਾ ਸੋਮਾ ਤਾਂ ਕੇਵਲ BBC ਹੀ ਸੀ ਜੋ ਲਾਹੌਰ ਤੋਂ ਰਿਲੇ ਹੁੰਦਾ ਸੀ। ਕਦੇ ਕਦਾਈ ਰਾਤ ਵੇਲੇ ਰੇਡੀਓ ਬਰਲਿਨ ਲਗਾ ਕੇ ਉਧਰ ਦੀਆਂ ਖਬਰਾਂ ਵੀ ਸੁਣੀਆਂ ਜਾਂਦੀਆਂ ਸਨ। ਦੇਸ਼ਾਂ ਦੇ ਜੰਗ ਦੇ ਇਲਾਕਿਆਂ ਦੇ ਨਕਸ਼ਿਆਂ ਵੱਲ ਧਿਆਨ ਰਹਿੰਦਾ ਸੀ। ਅਖਬਾਰਾਂ ਪ੍ਰਚਲਿਤ ਸਨ, ਸਿਵਲ ਐਂਡ ਮਿਲਟਰੀ ਗਜ਼ਟ ਅਤੇ ਟ੍ਰਿਬਿਊਨ ਅੰਗਰੇਜ਼ੀ, ਅਤੇ ਇੱਕ ਦੋ ਅਖਬਾਰਾਂ ਉਰਦੂ ਵਿੱਚ ਹੁੰਦੀਆਂ ਸਨ। ਸਮਝ ਆਵੇ ਨਾ ਆਵੇ, ਖਾਲਸਾ ਕਾਲਜ ਦੀ ਲਾਇਬ੍ਰੇਰੀ ਵਿੱਚ ਜਾ ਕੇ ਅਖਬਾਰਾਂ ਨੂੰ ਮੂੰਹ ਮਾਰਨਾ ਨਿੱਤ ਦੀ ਆਦਤ ਬਣ ਗਈ। ਐਟਮ ਬੰਬ ਦੇ ਟੈਸਟ ਦੀ ਖਬਰ ਅਤੇ ਹੀਰੋਸ਼ੀਮਾ ਨਾਗਾਸਾਕੀ ਉੱਤੇ ਸੁੱਟੇ ਜਾਣ ਦੀਆਂ ਖਬਰਾਂ ਤਾਂ ਮੇਰੇ ਦਿਮਾਗ ਉੱਤੇ ਛਪ ਗਈਆਂ। ਖਾਲਸਾ ਕਾਲਜ ਅੰਮ੍ਰਿਤਸਰ ਦੇ ਅੰਦਰ ਦੇਸ਼ ਆਜ਼ਾਦ ਹੋਣ ਤੋਂ ਕਈ ਚਿਰ ਪਹਿਲਾਂ ਤੋਂ ਕਈ ਤਰ੍ਹਾਂ ਦੀਆਂ ਸਿਆਸੀ ਲਹਿਰਾਂ ਚੱਲਦੀਆਂ ਆ ਰਹੀਆਂ ਸਨ। ਕੁਆਟਰਾਂ ਵਿੱਚ ਰਹਿੰਦੇ ਸਕੂਲ ਅਤੇ ਕਾਲਜ ਦੇ ਅਧਿਆਪਕਾਂ ਦੀਆਂ ਛੋਟੀਆਂ-ਛੋਟੀਆਂ ਟੋਲੀਆਂ ਰੋਜ਼ਾਨਾ ਖਬਰਾਂ ਉੱਤੇ ਟਿੱਪਣੀਆਂ ਕਰਦੀਆਂ ਅਤੇ ਕਿਆਫੇ ਲਾਉਂਦੀਆਂ ਸਨ। ਉਹਨਾਂ ਦੇ ਕੋਲ ਖੜੇ ਹੋ ਕੇ ਸੁਣਨਾ ਮੈਨੂੰ ਚੰਗਾ ਲੱਗਦਾ ਸੀ। ਬਰਤਾਨਵੀ ਸਰਕਾਰ ਵਿਰੋਧੀ ਵਿਦਿਆਰਥੀ ਵੀ ਲੰਘਦੇ ਰਹਿੰਦੇ ਸਨ। ਹੱਥ ਲਿਖਤ ਜਾਂ ਉਹਨਾਂ ਜ਼ਮਾਨਿਆਂ ਦੇ ਦੇਸੀ ਤਰੀਕੇ ਦੇ ਫੋਟੋਸਟੇਟ ਕਾਗਜ਼ ਵੀ ਹੱਥ ਆਉਂਦੇ ਰਹਿੰਦੇ ਸਨ, ਜਿਹੜੇ ਮਸਾਂ ਹੀ ਪੜ੍ਹੇ ਜਾਂਦੇ ਸਨ। ਫਾਰਸੀ ਦੇ ਮਾਹਰ ਪ੍ਰੋਫੈਸਰ ਦੀਵਾਨ ਸਿੰਘ ਸਾਡੇ ਗੁਆਂਢੀ ਸਨ। 3 ਘਰ ਛੱਡ ਕੇ ਇੱਕ ਪਾਸੇ ਪ੍ਰੋਫੈਸਰ ਗੰਡਾ ਸਿੰਘ ਇਤਿਹਾਸਕਾਰ ਅਤੇ ਦੂਜੇ ਪਾਸੇ ਪ੍ਰੋਫੈਸਰ ਕਰਮ ਸਿੰਘ ਇਕਨੋਮਿਕਸ ਵਾਲੇ ਰਹਿੰਦੇ ਸਨ। ਪ੍ਰੋਫੈਸਰ ਕਰਮ ਸਿੰਘ ਤੋਂ ਮੈਨੂੰ ਵਿੱਤੀ ਮਾਮਲਿਆਂ ਅਤੇ ਉਹਨਾਂ ਦੇ ਸਿਆਸਤ ਅਤੇ ਇਤਿਹਾਸ ਨਾਲ ਸੰਬੰਧਾਂ ਦੀ ਸਮਝ ਆਉਣੀ ਸ਼ੁਰੂ ਹੋਈ। 1947 ਵਿੱਚ ਦੇਸ਼ ਵੰਡ ਹੋਈ ਤਾਂ ਖਾਲਸਾ ਕਾਲਜ ਅੰਦਰ ਸ਼ਰਨਾਰਥੀਆਂ ਦਾ ਹੜ੍ਹ ਆ ਗਿਆ। ਮੇਰੇ ਨਾਨਕਿਆਂ ਅਤੇ ਦਾਦਕਿਆਂ ਵੱਲੋਂ ਸਭ ਲੋਕ ਆ ਗਏ। ਥੋੜ੍ਹੀ ਦੇਰ ਸਿਰ ਲੁਕਾ ਕੇ ਅੱਗੇ ਨਵੇਂ ਸ਼ਹਿਰਾਂ ਅਤੇ ਟਿਕਾਣਿਆਂ ਨੂੰ ਤੁਰ ਗਏ। ਦੇਸ਼ ਵੰਡ ਆਜ਼ਾਦੀ ਦੇ ਪਿੱਛੋਂ ਕੁੱਲ ਦੁਨੀਆ ਤੋਂ ਰੰਗ ਬਰੰਗੇ ਰਸਾਲੇ ਤੇ ਕਿਤਾਬਾਂ ਮਾਰਕੀਟ ਅੰਦਰ ਆ ਗਈਆਂ, ਜਿਸ ਨਾਲ ਕਿਸੇ ਇੱਕ ਵਿਸ਼ੇ ਨੂੰ ਕਈ ਪਾਸਿਆਂ ਤੋਂ ਘੋਖਣਾ ਸੰਭਵ ਹੋ ਸਕਿਆ। ਦੂਜੀ ਵਿਸ਼ਵ ਜੰਗ ਖਤਮ ਹੋਇਆ ਅਜੇ ਕੁਝ ਹੀ ਸਾਲ ਹੋਏ ਸਨ ਕਿ ਕੋਰੀਆ ਅੰਦਰ ਅਮਰੀਕਾ ਨੇ ਭਾਰੀ ਜੰਗ ਸ਼ੁਰੂ ਕਰ ਦਿੱਤੀ। 1951 ਵਿੱਚ ਮੈਂ ਅੰਮ੍ਰਿਤਸਰ ਮੈਡੀਕਲ ਕਾਲਜ ਵਿੱਚ ਦਾਖਲ ਹੋ ਗਿਆ। 1952 ਵਿੱਚ ਮੇਰੇ ਪਿਤਾ ਰਿਟਾਇਰ ਹੋ ਗਏ ਅਤੇ ਅਸੀਂ ਖਾਲਸਾ ਕਾਲਜ ਛੱਡ ਕੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਆ ਗਏ, ਜਿੱਥੇ ਉਹਨਾਂ ਨੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਸਾਡੇ ਗੁਆਂਢ ਮਾਸਟਰ ਤਾਰਾ ਸਿੰਘ ਅਤੇ ਇੱਕ ਆਜ਼ਾਦੀ ਘੁਲਾਟੀਏ ਭਾਈ ਪਰਮਾਨੰਦ ਝਾਂਸੀ ਰਹਿੰਦੇ ਸਨ, ਪਰ ਇਹਨਾਂ ਦੋਹਾਂ ਨਾਲ ਕਦੇ ਇੱਕ ਵੀ ਨਿੱਜੀ ਮੁਲਾਕਾਤ ਨਹੀਂ ਹੋਈ। ਮੈਡੀਕਲ ਦੀ ਪੜ੍ਹਾਈ ਖੂਨ ਚੂਸਣ ਵਾਲੀ ਸੀ। ਅਗਲਿਆਂ ਕੁਝ ਸਾਲਾਂ ਵਿੱਚ ਇਤਿਹਾਸ ਨੇ ਬਹੁਤ ਤੇਜ਼ੀ ਨਾਲ ਕਰਵਟ ਬਦਲੀ। ਰਾਕਟ, ਬੈਲਿਸਟਿਕ ਮਿਜ਼ਾਈਲਾਂ, ਜੈਟ ਫਾਈਟਰਾਂ ਅਤੇ ਜੈਟ ਸਵਾਰੀ ਜਹਾਜ਼ਾਂ ਦਾ ਨਿਰਮਾਣ, ਐਟਮ ਅਤੇ ਹਾਈਡਰੋਜਨ ਬੰਬਾਂ ਦਾ ਕਈ ਦੇਸ਼ਾਂ ਦੇ ਹੱਥ ਆ ਜਾਣਾ, ਠੰਡੀ ਜੰਗ ਦੀ ਸ਼ੁਰੂਆਤ ਅਤੇ ਚੜ੍ਹਤ, ਸਟਾਲਨ ਦਾ ਮਰਨਾ ਅਤੇ ਖਰੁਸ਼ਚੇਵ ਦਾ ਆਉਣਾ, ਨਹਿਰੂ, ਟੀਟੋ ਅਤੇ ਨਾਸਰ ਦਾ ਰਲ ਕੇ ਗੁੱਟ ਨਿਰਲੇਪ ਦੇਸ਼ਾਂ ਦਾ ਜੁੱਟ ਬਣਾਉਣਾ ਅਤੇ ਅਗਵਾਈ ਕਰਨੀ। 1949 ਤੋਂ ਚੀਨ ਅੰਦਰ ਨਵੀਂ ਕਮਿਊਨਿਸਟ ਸਰਕਾਰ ਦੇ ਨਾਲ ਦੋਸਤੀ ਤੋਂ ਚੱਲਦੇ ਚੱਲਦੇ ਅਖੀਰ 1962 ਵਿੱਚ ਸਰਹੱਦ ਦੇ ਉੱਪਰ ਟਕਰਾਓ। ਰੂਸ ਵੱਲੋਂ ਧਰਤੀ ਦੁਆਲੇ ਪਹਿਲਾ ਉਪਗ੍ਰਹਿ ਛੱਡਣਾ, ਛੇਤੀ ਹੀ ਪਿੱਛੋਂ ਇੱਕ ਕੁੱਤਾ ਲੈਕਾ ਦਾ ਜਾਣਾ ਅਤੇ ਕੁਝ ਚਿਰ ਹੋਰ ਪਿੱਛੋਂ ਯੂਰੀ ਗੈਗਰੀਨ ਦਾ ਪੁਲਾੜ ਵਿੱਚ ਧਰਤੀ ਦਾ ਚੱਕਰ ਲਗਾ ਕੇ ਸਹੀ ਸਲਾਮਤ ਵਾਪਸ ਆ ਜਾਣਾ ਵੱਡੀਆਂ ਪ੍ਰਾਪਤੀਆਂ ਸਨ। ਅਮਰੀਕਾ ਵੀ ਪੁਲਾੜ ਦੀ ਰੇਸ ਵਿੱਚ ਠਿੱਲ ਪਿਆ। ਨਾਲ ਹੀ ਨਾਲ ਅਮਰੀਕਾ ਵੀਅਤਨਾਮ ਅੰਦਰ ਕੇਵਲ ਫਰਾਂਸ ਦੀ ਸਹਾਇਤਾ ਲਈ ਹੀ ਨਹੀਂ ਉਤਰਿਆ,
ਸਗੋਂ ਪਿੱਛੋਂ ਆਪ ਹੀ ਵੀਅਤਨਾਮੀ ਜੰਗ ਦੀ ਦਲਦਲ ਦੇ ਅੰਦਰ ਫਸ ਗਿਆ। ਅਮਰੀਕਾ ਦਾ ਅਕਸ ਅਤੇ ਦਬਦਬਾ ਡਿੱਗਣ ਲੱਗਾ ਤਾਂ ਪ੍ਰਧਾਨ ਕੈਨੇਡੀ ਦੇ ਹੁਕਮਾਂ ਅਨੁਸਾਰ ਅਮਰੀਕਨ ਸਪੇਸ ਏਜੰਸੀ ਨਾਸਾ ਨੇ ਚੰਦਰਮਾ ਉੱਤੇ ਇਨਸਾਨ ਭੇਜਣ ਦਾ ਨਿਰਣਾ ਲੈ ਲਿਆ। 1969 ਵਿੱਚ ਅਮਰੀਕਾ ਨੇ ਬੰਦਿਆਂ ਦਾ ਪਹਿਲਾ ਜੱਥਾ ਚੰਦਰਮਾ ਉੱਤੇ ਉਤਰਦਾ ਵਿਖਾ ਦਿੱਤਾ। ਨੀਲ ਆਰਮਸਟਰਾਂਗ ਨੂੰ ਚੰਦਰਮਾ ਉੱਤੇ ਇਨਸਾਨੀ ਪੈਰ ਦਾ ਨਿਸ਼ਾਨ ਪਾਉਂਦਿਆਂ ਵਿਖਾ ਦਿੱਤਾ। ਚੰਦਰਮਾ ਉੱਤੇ ਜਾਣ ਅਤੇ ਸਹੀ ਸਲਾਮਤ ਵਾਪਸ ਆਉਣ ਦੀ ਫਤਿਹ ਅਮਰੀਕਾ ਦੀ ਸਭ ਤੋਂ ਵੱਡੀ ਪ੍ਰਾਪਤੀ ਬਣ ਗਈ, ਜੋ ਉਸਨੇ 1972 ਤੱਕ ਬਾਰ-ਬਾਰ ਦੁਹਰਾਈ। ਪਿਛਲੀ ਸਦੀ ਦੇ ਆਖਰੀ ਦਹਾਕੇ ਵਿੱਚ ਕੁੱਲ ਦੁਨੀਆ ਦੇ ਅੰਦਰ ਕੰਪਿਊਟਰ ਦੀ ਵਰਤੋਂ ਨਾ ਕੇਵਲ ਆਮ ਹੋ ਗਈ, ਬਲਕਿ ਸਭ ਤੋਂ ਵੱਡਾ ਇਨਕਲਾਬ ਇਹ ਆਇਆ ਕਿ ਇੰਟਰਨੈਟ ਨੇ ਲੋਕਾਂ ਨੂੰ ਆਪੋ ਵਿੱਚ ਜੋੜ ਦਿੱਤਾ, ਜਿਸ ਨਾਲ ਇਹ ਸੰਭਵ ਹੋ ਸਕਿਆ ਕਿ ਹਰ ਵਿਅਕਤੀ ਆਪਣਾ ਨਿੱਜੀ ਤਜਰਬਾ ਜਾਂ ਵਾਕਫੀ ਹੋਰ ਬੇਅੰਤ ਲੋਕਾਂ ਤੱਕ ਪਹੁੰਚਾ ਸਕੇ। ਇਸ ਦਾ ਸਭ ਤੋਂ ਜ਼ਿਆਦਾ ਅਸਰ ਹੋਇਆ ਨੇੜਲੇ ਜਾਣੇ ਪਛਾਣੇ ਇਤਿਹਾਸ ਉੱਪਰ। ਇਸ ਲਈ ਸਭ ਤੋਂ ਪਹਿਲੀ ਅੱਖਾਂ ਖੋਲ੍ਹਣ ਵਾਲੀ ਗੱਲ ਸੀ ਚੰਦਰਮਾ ਉੱਤੇ ਇਨਸਾਨ ਦਾ ਜਾਣਾ, ਜੋ ਅਸਲ ਵਿੱਚ ਕੇਵਲ ਇੱਕ ਮਹਾਨ ਝੂਠਾ ਪ੍ਰਚਾਰ ਸੀ। ਉਸ ਦੇ ਨਾਲ ਸੰਬੰਧਿਤ ਤਸਵੀਰਾਂ ਅਤੇ ਫਿਲਮਾਂ ਇੱਕ ਵਿਸ਼ਾਲ ਸਟੂਡੀਓ ਅੰਦਰ ਤਿਆਰ ਕੀਤੀਆਂ ਗਈਆਂ ਸਨ। ਅਸਲੀਅਤ ਇਹ ਹੈ ਕਿ ਇਨਸਾਨ ਅੱਜ ਦੀ ਟੈਕਨੋਲੋਜੀ ਦੇ ਆਸਰੇ ਵੀ ਚੰਦਰਮਾ ਉੱਤੇ ਪੈਰ ਨਹੀਂ ਧਰ ਸਕਦਾ। ਹਾਂ, ਸਾਇੰਸੀ ਉਪਕਰਨ ਜ਼ਰੂਰ ਭੇਜ ਸਕਦਾ ਹੈ। ਇੰਟਰਨੈਟ ਫਰੋਲਦਿਆਂ ਮੈਨੂੰ ਕਈ ਸਾਲ ਹੋ ਗਏ ਹਨ। ਜੋ ਵਾਕਫੀ ਮੈਂ ਪੂਰੀ ਉਮਰ ਵਿੱਚ ਨਹੀਂ ਪਾ ਸਕਿਆ, ਉਹ ਪਿਛਲੇ 5 ਸਾਲਾਂ ਵਿੱਚ ਮਿਲ ਗਈ ਹੈ। ਉਹਨਾਂ ਕਾਲੀਆਂ ਸ਼ਕਤੀਆਂ ਦਾ ਪਤਾ ਲੱਗਾ ਹੈ ਜੋ ਸਾਰੀ ਦੁਨੀਆ ਉੱਤੇ ਨਵੀਂ ਕਿਸਮ ਦੇ ਸਾਮਰਾਜ ਦੀ ਸਥਾਪਨਾ ਲਈ ਤੁਲੀਆਂ ਹੋਈਆਂ ਹਨ। ਇਹੋ ਸ਼ਕਤੀਆਂ ਪਿਛਲੇ 2.25 ਸਾਲਾਂ ਅੰਦਰ ਦੁਨੀਆ ਭਰ ਅੰਦਰ ਹੋਈਆਂ ਜੰਗਾਂ, ਦੇਸ਼ਾਂ ਦੇ ਜੋੜ ਤੋੜ, ਬੇਅੰਤ ਦੇਸ਼ਾਂ ਵਿੱਚ ਭੁੱਖਮਰੀ ਦੇ ਨਾਲ ਜਨ ਸੰਘਾਰ ਆਦਿ ਲਈ ਜ਼ਿੰਮੇਵਾਰ ਹਨ। ਇਹ ਸ਼ਕਤੀਆਂ 1 ਦਰਜਨ ਦੇ ਕਰੀਬ ਅੰਤਰਰਾਸ਼ਟਰੀ ਬੈਂਕਰਾਂ ਦੀਆਂ ਹਨ, ਜੋ ਬਹੁਤੇ ਦੇਸ਼ਾਂ ਦੇ ਖਜ਼ਾਨੇ, ਨੇਤਾਵਾਂ ਅਤੇ ਹਕੂਮਤਾਂ ਦੇ ਉੱਤੇ ਹਾਵੀ ਹਨ ਅਤੇ ਉਹਨਾਂ ਨੂੰ ਆਪਣੀਆਂ ਉਂਗਲਾਂ ਉੱਤੇ ਨਚਾਉਂਦੀਆਂ ਹਨ। ਇਹ ਸ਼ਕਤੀਆਂ ਨਹਾਇਤ ਖੁਫੀਆ ਢੰਗ ਨਾਲ ਤਰੱਕੀ ਕਰਦੀਆਂ ਹੋਈਆਂ ਇੱਥੇ ਤੱਕ ਪਹੁੰਚੀਆਂ ਹਨ ਕਿ ਸੰਨ 2020 ਤੱਕ ਆਖਰੀ ਛੜੱਪਾ ਮਾਰਨ ਦੇ ਦਾਅ ਵਿੱਚ ਹਨ। ਇਹਨਾਂ ਦਾ ਟੀਚਾ ਹੈ ਭੂਗੋਲ ਦੇ ਅੰਦਰ ਇਹਨਾਂ ਦੇ ਆਪਣੇ ਕਬਜ਼ੇ ਹੇਠ ਇੱਕੋ ਇੱਕ ਸਰਕਾਰ, ਨਿਊ ਵਰਲਡ ਆਰਡਰ। ਇਹਨਾਂ ਦਾ ਧਰਤੀ ਉੱਤੇ ਇਨਸਾਨ ਦੀ ਆਬਾਦੀ ਦਾ ਟੀਚਾ ਹੈ 500 ਮਿਲੀਅਨ ਲੋਕ, ਭਾਵ ਅੱਜ ਤੋਂ 12ਵਾਂ ਹਿੱਸਾ। ਆਪਣੇ ਮਕਸਦ ਵਿੱਚ ਕਾਮਯਾਬ ਹੋਣ ਲਈ ਉਹ ਦੇਸ਼ਾਂ ਦੇ ਵਿਚਕਾਰ ਪਰਮਾਣੂ ਜੰਗਾਂ ਕਰਵਾਉਣ ਤੋਂ ਵੀ ਨਹੀਂ ਝਕਣਗੀਆਂ। ਸਦੀਵੀ ਨਰ ਸੰਘਾਰ ਲਈ ਉਹਨਾਂ ਨੇ ਬੋਸਨੀਆ, ਅਫਗਾਨਿਸਤਾਨ, ਇਰਾਕ ਅਤੇ ਗਾਜ਼ਾ ਪੱਟੀ ਵਿੱਚ ਇੱਕ ਹੋਰ ਢੰਗ ਦਾ ਯੂਰੇਨੀਅਮ ਡੀਜੂ ਹਥਿਆਰ ਵਰਤ ਕੇ ਬਹੁਤ ਵੱਡੀ ਅਤੇ ਵਿਸ਼ਾਲ ਪਰਮਾਣੂ ਜੰਗੀ ਕੀਤੀ ਹੈ। ਅੰਤਰਰਾਸ਼ਟਰੀ ਨਜ਼ਰਾਂ ਵਿੱਚ ਇਹਨਾਂ ਜੰਗਾਂ ਦੇ ਨੇਤਾ ਮਹਾਂ ਕਤਲ ਦੇ ਦੋਸ਼ੀ ਹਨ ਅਤੇ ਮੌਤ ਦੀ ਸਜ਼ਾ ਦੇ ਭਾਗੀ ਹਨ, ਪਰ ਅੱਜ ਦੇ ਦਿਨ ਉਹਨਾਂ ਦੀ ਚੜ੍ਹਤ ਹੈ ਅਤੇ ਉਹਨਾਂ ਦੇ ਗਲ ਵਿੱਚ ਟੱਲੀ ਪਾਉਣੀ ਔਖੀ ਹੈ। ਅੱਜ ਲੋੜ ਹੈ ਕਿ ਧਰਤੀ ਦਾ ਹਰ ਇਨਸਾਨ ਧਰਤੀ ਨੂੰ ਉਜਾੜ ਰਹੀਆਂ ਕਾਲੀਆਂ ਸ਼ਕਤੀਆਂ ਬਾਰੇ ਜਾਣੂ ਹੋਵੇ। ਲੋਕ ਆਪਣੇ ਬੱਚਿਆਂ ਨੂੰ ਇਹਨਾਂ ਸ਼ਕਤੀਆਂ ਦੀਆਂ ਫੌਜਾਂ ਅੰਦਰ ਜਾਣ ਤੋਂ ਰੋਕਣ। ਫੌਜਾਂ ਦੇ ਅੰਦਰ ਫਸੇ ਹੋਏ ਫੌਜੀਆਂ ਅੰਦਰ ਸਾਹਸ ਪੈਦਾ ਹੋਵੇ ਕਿ ਉਹ ਆਕਰਮਕ ਜੰਗਾਂ ਵਿੱਚ ਭਾਗ ਲੈਣ ਤੋਂ ਇਨਕਾਰੀ ਹੋ ਜਾਣ। ਧਰਤੀ ਦੀ ਮੁਕਤੀ ਉਸ ਦਿਨ ਹੋਣੀ ਹੈ ਜਦੋਂ ਬੈਂਕਰਾਂ ਦੀਆਂ ਕਾਲੀਆਂ ਸ਼ਕਤੀਆਂ ਦੁਨੀਆ ਨੂੰ ਜੰਗਾਂ ਵਿੱਚ ਉਲਝਾਉਣ ਅਤੇ ਆਪਣਾ ਉੱਲੂ ਸਿੱਧਾ ਕਰਨ ਦੀ ਥਾਂ ਆਪ ਕਟਹਿਰੇ ਦੇ ਅੰਦਰ ਖੜੀਆਂ ਹੋ ਕੇ ਆਪਣੀ ਫਾਂਸੀ ਦਾ ਹੁਕਮ ਸੁਣਨਗੀਆਂ। ਧਰਤੀ ਦੀ ਮੁਕਤੀ ਆਪਣੇ ਆਪ ਨਹੀਂ ਹੋ ਜਾਣੀ। ਇਸ ਕੰਮ ਲਈ ਕੁੱਲ ਖਲਕਤ ਨੇ ਆਪ ਖਾਲਕ ਬਣ ਕੇ ਵਿਖਾਉਣਾ ਹੈ। ਇਸ ਕਿਤਾਬ ਦਾ ਇੱਕੋ ਇੱਕ ਮੰਤਵ ਹੈ, ਆਪ ਜਾਗੋ, ਹੋਰਨਾਂ ਨੂੰ ਜਗਾਓ, ਕੁੱਲ ਦੁਨੀਆ ਨੂੰ ਜਗਾਓ। ਦਲਜੀਤ ਸਿੰਘ ਡਾਕਟਰ, 57 ਨੰਬਰ, ਜੋਸ਼ੀ ਕਲੋਨੀ, ਅੰਮ੍ਰਿਤਸਰ। ਜੰਗਾਂ ਦੇ ਭਾਂਬੜ। ਭਾਰਤ ਅਤੇ ਪਾਕਿਸਤਾਨ ਦੀ 2 ਵਾਰ ਜੰਗ ਹੋਈ, 1965 ਅਤੇ 1971 ਵਿੱਚ। ਜਥਾ ਸ਼ਕਤੀ ਦੋਹਾਂ ਪਾਸਿਆਂ ਤੋਂ ਹਵਾਈ ਹਮਲੇ ਕੀਤੇ ਗਏ। ਜ਼ਿਆਦਾਤਰ ਹਵਾਈ ਅੱਡਿਆਂ ਅਤੇ ਜੰਗ ਦੇ ਮੈਦਾਨ ਅੰਦਰ ਇੱਕ ਹਮਲੇ ਸਮੇਂ 4 ਤੋਂ 6 ਜਹਾਜ਼ਾਂ ਤੱਕ ਦੀ ਵਰਤੋਂ ਕੀਤੀ ਜਾਂਦੀ ਸੀ,
ਜੋ ਹੇਠੋਂ ਚੱਲਦੇ ਹਵਾਈ ਮਾਰ ਗੋਲਿਆਂ ਦੀ ਵਿਛਾੜ ਤੋਂ ਪਛੜ ਕੇ ਮਿੰਟਾਂ ਅੰਦਰ ਵਾਪਸ ਪਰਤ ਜਾਂਦੇ ਸਨ। ਪੰਜਾਬ ਦੇ ਸ਼ਹਿਰਾਂ ਅੰਦਰ ਹਵਾਈ ਹਮਲੇ ਦੇ ਸਾਇਰਨ ਤਾਂ ਜ਼ਰੂਰ ਵੱਜਦੇ ਸਨ, ਪਰ ਇੱਕ ਉਦਾਹਰਨ ਨੂੰ ਛੱਡ ਕੇ ਕਿਸੇ ਸ਼ਹਿਰ 'ਤੇ ਬੰਬਾਰੀ ਨਹੀਂ ਹੋਈ। 1965 ਦੀ ਜੰਗਬੰਦੀ ਦੇ ਐਲਾਨ ਤੋਂ 2 ਘੰਟੇ ਪਿੱਛੋਂ 2 ਪਾਕਿਸਤਾਨੀ ਸੇਬਰ ਜੈਟ ਛੇਹਰਟੇ ਅੰਮ੍ਰਿਤਸਰ ਦੇ ਆਬਾਦ ਇਲਾਕੇ ਦੇ ਨੇੜੇ 4 ਬੰਬ ਸੁੱਟ ਗਏ। ਸ਼ਾਇਦ 100 ਕਿਲੋ ਵਜ਼ਨ ਦੇ ਬੰਬ ਸਨ, ਪਰ ਛੇਹਰਟੇ ਅੰਦਰ ਆਫਤ ਆ ਗਈ। 50-60 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋਏ। ਧਮਾਕਿਆਂ ਦੀ ਸ਼ਕਤੀ ਨਾਲ ਇਨਸਾਨੀ ਸਰੀਰਾਂ ਦੇ ਪੁਰਜੇ ਉੱਡ ਕੇ ਦੂਰ ਦੂਰ ਡਿੱਗੇ ਦਰਖਤਾਂ ਅਤੇ ਤਾਰਾਂ ਉੱਤੇ ਅਟਕੇ ਵੇਖੇ ਗਏ। ਕੁੱਲ ਅੰਮ੍ਰਿਤਸਰ ਸ਼ਹਿਰ ਦੀ ਸਿਹਤ ਸੇਵਾ ਨੂੰ ਵਕਤ ਪੈ ਗਿਆ। ਇੱਕ ਗੱਲ ਸਮਝ ਅੰਦਰ ਆ ਗਈ, ਜੇ ਸਾਡੇ ਕਿਸੇ ਸ਼ਹਿਰ ਉੱਤੇ ਹਵਾਈ ਹਮਲਾ ਹੋ ਜਾਵੇ ਜਿਸ ਵਿੱਚ ਹਜ਼ਾਰਾਂ ਲੋਕ ਜ਼ਖਮੀ ਹੋ ਜਾਣ ਤਾਂ ਸੇਵਾ ਸੰਭਾਲ ਦਾ ਕੰਮ ਲਗਭਗ ਅਸੰਭਵ ਹੋ ਜਾਂਦਾ ਹੈ। ਇਹ ਵੀ ਸ਼ੁਕਰ ਹੈ ਕਿ ਗਰੀਬ ਦੇਸ਼ਾਂ ਵਿਚਲੀਆਂ ਜੰਗਾਂ ਵਿੱਚ ਵਰਤਿਆ ਜਾਂਦਾ ਅਸਲਾ ਵੀ ਝੱਟ ਹੀ ਮੁੱਕਣ ਉੱਤੇ ਆ ਜਾਂਦਾ ਹੈ। ਖਜ਼ਾਨੇ ਵੀ ਖਾਲੀ ਹੋ ਜਾਂਦੇ ਨੇ ਅਤੇ ਜੰਗ ਪਿੱਛੋਂ ਨਿੱਤ ਵਰਤੋਂ ਦਾ ਸਮਾਨ ਵੀ ਬੇਅੰਤ ਮਹਿੰਗਾ ਹੋ ਜਾਂਦਾ ਹੈ। ਵਿਕਸਤ ਕਹਿੰਦੇ ਕਹਾਉਂਦੇ ਸਭਿਆ ਪੱਛਮੀ ਦੇਸ਼ਾਂ ਦੀਆਂ ਹਵਾਈ ਸੈਨਾਵਾਂ ਨੇ ਅਜਿਹੇ ਕਾਰਨਾਮੇ ਕੀਤੇ ਹਨ ਜਿਨ੍ਹਾਂ ਨੇ ਹਰ ਵਾਰੀ ਨਵੇਂ ਤੋਂ ਨਵਾਂ ਇਤਿਹਾਸ ਸਿਰਜਿਆ ਹੈ। ਮੈਂ ਮੁਕਾਬਲੇ ਦੀਆਂ ਹਵਾਈ ਜੰਗਾਂ ਦਾ ਇੱਥੇ ਜ਼ਿਕਰ ਨਹੀਂ ਕਰਨਾ, ਕੇਵਲ ਕੁਝ ਕੁ ਸ਼ਹਿਰੀ ਹਮਲਿਆਂ ਬਾਰੇ ਦੱਸਣਾ ਹੈ। ਜਨ ਸੰਘਾਰ ਦੀਆਂ ਕੁਝ ਕੁ ਉਦਾਹਰਨਾਂ ਦੇਣੀਆਂ ਹਨ। ਹਵਾਈ ਬੰਬਾਂ ਦੀਆਂ ਬੇਅੰਤ ਕਿਸਮਾਂ ਵਿਕਸਤ ਹੋ ਗਈਆਂ ਹਨ। ਛੋਟੇ ਬੰਬ, ਵੱਡੇ ਬੰਬ, ਰਾਕਟ, ਮਿਜ਼ਾਈਲਾਂ, ਗੁੱਛਾ ਬੰਬ, ਭੁਚਾਲੀ ਬੰਬ, ਨੇਪਾਮ ਬੰਬ, ਫਾਸਫੋਰਸ ਬੰਬ, ਮਿੰਨੀ ਨਿਊਕ, ਐਟਮ ਬੰਬ, ਹਾਈਡਰੋਜਨ ਬੰਬ ਅਤੇ ਹੋਰ ਪਤਾ ਨਹੀਂ ਕੀ। ਬੰਬਾਂ ਦੀ ਲਿਸਟ ਤੋਂ ਹੀ ਪਤਾ ਚੱਲ ਜਾਂਦਾ ਹੈ ਕਿ ਇਹ ਕੁੱਲ ਹਥਿਆਰ ਬੇਹਥਿਆਰੇ ਸ਼ਹਿਰੀਆਂ ਉੱਤੇ ਵਰਤਣ ਲਈ ਹੀ ਬਣੇ ਹਨ। ਸਭਿਆ ਦੇਸ਼ਾਂ ਦੇ ਗੈਰ ਨਿਊਕਲੀਆਈ ਹਥਿਆਰਾਂ ਅੰਦਰ ਇੱਕ ਭਾਰੀ ਤਬਦੀਲੀ ਲਿਆਂਦੀ ਗਈ ਹੈ। ਉਹ ਹੈ ਹਰ ਗੋਲੀ ਸਿੱਕੇ ਬੰਬ ਅੰਦਰ ਡਿਪਲੀਟਡ ਯੂਰੇਨੀਅਮ ਦੀ ਵਰਤੋਂ। ਡੀਜੂ ਦੇ ਰੇਡੀਆਈ ਕਣ ਹਵਾ, ਪਾਣੀ ਅਤੇ ਮਿੱਟੀ ਵਿੱਚ ਰਲ ਕੇ ਉਹਨਾਂ ਨੂੰ ਸਦਾ ਲਈ ਜ਼ਹਿਰੀਲਾ ਕਰ ਦਿੰਦੇ ਹਨ। ਡੀਜੂ ਹਥਿਆਰ ਕੇਵਲ ਜਨ ਸੰਘਾਰ ਨਹੀਂ ਕਰਦੇ, ਸਗੋਂ ਧਰਤੀ ਮਾਂ ਨੂੰ ਵੀ ਜ਼ਖਮੀ ਕਰਦੇ ਹਨ। ਫਾਸਫੋਰਸ ਬੰਬ ਹਰ ਸਿੱਲੀ ਚੀਜ਼ ਨੂੰ ਸਾੜ ਦਿੰਦੇ ਹਨ। ਇਨਸਾਨ ਦੇ ਕੱਪੜਿਆਂ ਨੂੰ ਕੁਝ ਨਹੀਂ ਹੁੰਦਾ, ਪਰ ਉਸ ਦੀ ਕੁੱਲ ਚਮੜੀ ਅਤੇ ਸਾਹ ਲੈਣ ਦੇ ਰਸਤੇ ਅਤੇ ਫੇਫੜੇ ਪਲਾਂ ਵਿੱਚ ਹੀ ਸੜ ਕੇ ਸੁਆਹ ਹੋ ਜਾਂਦੇ ਹਨ। ਇਸ ਸਮੇਂ ਵੱਡੇ ਐਟਮ ਅਤੇ ਹਾਈਡਰੋਜਨ ਬੰਬਾਂ ਨੂੰ ਛੱਡ ਕੇ ਹਰ ਉੱਪਰ ਦੱਸੇ ਬੰਬ ਅਮਰੀਕਾ, ਨਾਟੋ ਅਤੇ ਅਤਿਹਾਦੀਆਂ ਵੱਲੋਂ ਅਫਗਾਨਿਸਤਾਨ, ਇਰਾਕ ਵਿੱਚ ਖੁੱਲ੍ਹ ਕੇ ਅਤੇ ਕਿਸੇ ਹੱਦ ਤੱਕ ਪਾਕਿਸਤਾਨ ਉੱਤੇ ਵਰਤੇ ਜਾ ਰਹੇ ਹਨ। ਪਾਕਿਸਤਾਨ, ਜਿਹੜਾ ਜ਼ਾਹਰੀ ਤੌਰ ਤੇ ਨਾ ਇੱਧਰ ਦਾ ਹੈ ਨਾ ਉੱਧਰ ਦਾ, ਸਾਲ 2009 ਵਿੱਚ ਕਰੀਬ 1000 ਸ਼ਹਿਰੀ ਮਰਵਾ ਚੁੱਕਿਆ ਹੈ। ਇਹ ਤਾਂ ਕੁਝ ਵੀ ਨਹੀਂ ਜੇ ਤੁਲਨਾ ਕਰੀਏ ਵੀਅਤਨਾਮ ਨਾਲ, ਜਿੱਥੇ 12 ਸਾਲਾਂ ਦੇ ਸਮੇਂ ਵਿੱਚ ਅਮਰੀਕੀ ਹਵਾਈ ਹਮਲਿਆਂ ਨਾਲ ਕਰੀਬ 30 ਲੱਖ ਜ਼ਿਆਦਾਤਰ ਪੇਂਡੂ ਲੋਕ, ਉਹਨਾਂ ਨੂੰ ਇਨਸਾਨੀ ਕੂਕ ਕਿਹਾ ਜਾਂਦਾ ਸੀ ਤਾਂ ਜੋ ਮਾਰਨ ਵਾਲੇ ਦੀ ਆਤਮਾ ਉੱਤੇ ਝਰੀਟ ਨਾ ਪਵੇ, ਦਾ ਉਹਨਾਂ ਨੂੰ ਬਣਾਉਣ ਵਾਲੇ ਦੇ ਨਾਲ ਮਿਲਾਪ ਕਰਵਾਇਆ। ਸਾਲ 2004 ਵਿੱਚ ਚਾਲੂ ਅਕਾਰਨ ਇਰਾਕੀ ਹਮਲੇ ਦੌਰਾਨ ਅਮਰੀਕੀ ਇਤਿਹਾਦੀ ਫੌਜਾਂ ਅਤੇ ਹਵਾਈ ਹਮਲਿਆਂ ਨੇ 3 ਲੱਖ ਵਸੋਂ ਵਾਲੇ ਖੂਬਸੂਰਤ ਸ਼ਹਿਰ ਫਲੂਜਾ ਨੂੰ ਖੰਡਰ ਬਣਾ ਦਿੱਤਾ। ਯੂਰੇਨੀਅਮ ਹਥਿਆਰਾਂ ਦੀ ਬੇਅੰਤ ਵਰਤੋਂ ਹੋਣ ਕਾਰਨ ਇਹ ਸ਼ਹਿਰ ਰਹਿਣ ਯੋਗ ਹੀ ਨਹੀਂ ਰਿਹਾ। ਅੱਜ 12 ਫਰਵਰੀ ਨੂੰ ਮੈਂ ਯਾਦ ਕਰਨਾ ਚਾਹੁੰਦਾ ਹਾਂ 13 ਅਤੇ 14 ਫਰਵਰੀ 1945 ਦੀ ਰਾਤ ਨੂੰ ਹੋਏ ਜਰਮਨੀ ਦੇ ਸ਼ਹਿਰ ਡ੍ਰੈਸਡਨ ਦੇ ਸ਼ਹਿਰੀਆਂ ਉੱਤੇ ਹੋਏ ਹਵਾਈ ਹਮਲੇ ਨੂੰ। ਉਸ ਸਮੇਂ ਜਰਮਨ ਫੌਜਾਂ ਨੂੰ ਹਰ ਪਾਸਿਓਂ ਹਾਰ ਹੋ ਰਹੀ ਸੀ, ਖਾਸ ਕਰਕੇ ਰੂਸੀ ਮੁਹਾਜ਼ ਉੱਤੇ। ਡ੍ਰੈਸਡਨ ਜਰਮਨ ਆਰਟ ਅਤੇ ਕਲਚਰ ਦਾ ਕੇਂਦਰ ਸੀ। 5 ਸਾਲਾਂ ਦੀ ਜੰਗ ਅੰਦਰ ਇਸ ਉੱਤੇ ਕਦੇ ਹਵਾਈ ਹਮਲਾ ਨਹੀਂ ਸੀ ਹੋਇਆ। ਸਭ ਪਾਸਿਆਂ ਤੋਂ ਸ਼ਰਨਾਰਥੀ ਇਕੱਠੇ ਹੋਣ ਕਾਰਨ ਇਹ ਸ਼ਹਿਰ ਲੋਕਾਂ ਨਾਲ ਤੂੜਿਆ ਹੋਇਆ ਸੀ। ਸ਼ਹਿਰ ਦੀ ਉਸਾਰੀ ਜ਼ਿਆਦਾਤਰ ਲੱਕੜ ਦੀ ਸੀ। ਰਾਤ ਦੇ 10 ਵਜੇ ਪਿੱਛੋਂ ਇਤਿਹਾਦੀ ਹਮਲੇ ਸ਼ੁਰੂ ਕੀਤੇ ਗਏ। ਪਹਿਲੀ ਲਹਿਰ ਵਿੱਚ ਸੈਂਕੜੇ ਬਰਤਾਨਵੀ ਜਹਾਜ਼ਾਂ ਨੇ ਹਮਲਾ ਕੀਤਾ। ਇਸ ਪਿੱਛੋਂ 2 ਹੋਰ ਵੱਡੇ ਹਮਲੇ ਅਮਰੀਕਾ ਅਤੇ ਬਰਤਾਨੀਆ ਦੇ ਬੰਬਾਰਾਂ ਨੇ ਰਲ ਕੇ ਕੀਤੇ।
ਕੁੱਲ 1000 ਦੇ ਕਰੀਬ ਹਵਾਈ ਜਹਾਜ਼ ਸ਼ਾਮਲ ਹੋਏ। ਇਤਿਹਾਸ ਵਿੱਚ ਅਜੇ ਤੱਕ ਇਸ ਤੋਂ ਖੌਫਨਾਕ ਅਤੇ ਮਾਰੂ ਹਮਲਾ ਕਿਤੇ ਨਹੀਂ ਹੋਇਆ। ਇੱਥੋਂ ਤੱਕ ਕਿ ਆਉਂਦੇ ਸਮੇਂ ਵਿੱਚ ਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਐਟਮੀ ਹਮਲਿਆਂ ਨਾਲ ਵੀ ਇੰਨੇ ਲੋਕ ਨਹੀਂ ਸਨ ਮਰੇ। ਜੇ 100 ਕਿਲੋ ਦੇ ਬੰਬ ਗਿਣੀਏ ਤਾਂ 30,000 ਬੰਬ ਸੁੱਟੇ ਗਏ। ਇਹਨਾਂ ਦੇ ਨਾਲ ਹੀ ਲੱਖਾਂ ਹੀ ਛੋਟੇ-ਛੋਟੇ ਫਾਸਫੋਰਸ ਬੰਬ ਸਨ, ਜਿਨ੍ਹਾਂ ਨੇ ਕੁੱਲ ਸ਼ਹਿਰ ਅੰਦਰ ਅੱਗ ਦੇ ਭਾਂਬੜ ਮਚਾ ਦਿੱਤੇ। ਲੱਕੜ ਤੋਂ ਬਣੇ ਸ਼ਹਿਰ ਨੂੰ ਇੱਕ ਤੇਜ਼ ਅੱਗ ਦੀ ਹਨੇਰੀ ਖਾ ਗਈ। 1000 ਡਿਗਰੀ ਸੈਂਟੀਗ੍ਰੇਡ ਦੀ ਅੱਗ 100 ਮੀਲ ਦੀ ਰਫ਼ਤਾਰ ਨਾਲ ਆਪਣੇ ਅੰਦਰ ਖਿੱਚ ਕੇ ਲੋਕਾਂ ਨੂੰ ਸਾੜਦੀ ਗਈ। ਉਹਨਾਂ ਦੇ ਨਾਲ ਜੋ ਬੀਤੀ ਬਿਆਨ ਤੋਂ ਬਾਹਰ ਹੈ। ਜਿਨ੍ਹਾਂ ਨੇ ਦਰਿਆ ਵਿੱਚ ਛਾਲਾਂ ਮਾਰ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਦਾ ਪਾਣੀਓਂ ਬਾਹਰਲਾ ਹਿੱਸਾ ਪਲਾਂ ਵਿੱਚ ਸੜ ਭੁੱਜ ਗਿਆ। ਸ਼ਹਿਰ ਅਤੇ ਲੋਕਾਂ ਦਾ ਕੁਝ ਨਹੀਂ ਰਿਹਾ। ਇੱਕ ਹਫ਼ਤਾ ਅੱਗਾਂ ਬਲਦੀਆਂ ਰਹੀਆਂ ਅਤੇ ਮਹੀਨਾ ਭਰ ਧੂੰਆਂ ਨਿਕਲਦਾ ਰਿਹਾ। ਜਰਮਨ ਆਰਟ ਅਤੇ ਕਲਚਰ ਲੁੱਟਣ ਦਾ, ਲੋਥਾਂ ਨੂੰ ਦਫਨਾਉਣ ਅਤੇ ਸਮੂਹਕ ਚੇਤਾਵਾਂ ਦਾ ਕੰਮ 3 ਮਹੀਨੇ ਚੱਲਦਾ ਰਿਹਾ। ਇਸ ਕੰਮ ਲਈ ਥੋੜੇ ਹੀ ਲੋਕ ਬਚੇ ਸਨ। ਪੂਰੀ ਜੰਗ ਦੌਰਾਨ ਜਿੰਨੇ ਜਰਮਨ ਮਾਰੇ ਸਨ, ਉਸ ਦਾ 5% ਹਿੱਸਾ ਡ੍ਰੈਸਡਨ ਦੇ ਸ਼ਹਿਰੀਆਂ ਦਾ ਸੀ। ਅਮਨ ਦੇ ਫੁੱਲ ਵਰਸਾਉਂਦੀਆਂ ਅਮਰੀਕੀ ਬਰਤਾਨਵੀ ਕਮਾਨ ਨੂੰ ਪੂਰੀ ਖਬਰ ਸੀ ਕਿ ਇਹ ਸ਼ਹਿਰ ਕੋਈ ਫੌਜੀ ਨਿਸ਼ਾਨਾ ਨਹੀਂ ਸੀ। ਸਵਾਲ ਇਹ ਹੈ ਕਿ ਯਿਸੂ ਮਸੀਹ ਦੇ ਮੰਨਣ ਵਾਲਿਆਂ ਨੇ ਬੇਬਸ, ਬੇਹਥਿਆਰ ਈਸਾਈ ਲੋਕਾਂ ਦਾ ਖੂਨ ਕਿਉਂ ਕੀਤਾ? ਫਰਵਰੀ 4 ਤੋਂ 11 ਤੱਕ ਜਾਲਟਾ, ਕ੍ਰੀਮੀਆ ਸੋਵੀਅਤ ਸੰਘ ਅੰਦਰ ਅਮਰੀਕੀ ਪ੍ਰਧਾਨ ਰੂਜ਼ਵੈਲਟ, ਬਰਤਾਨਵੀ ਪ੍ਰਧਾਨ ਮੰਤਰੀ ਚਰਚਿਲ ਅਤੇ ਸੋਵੀਅਤ ਪ੍ਰਧਾਨ ਮੰਤਰੀ ਸਟਾਲਿਨ ਵਿਚਕਾਰ ਮੀਟਿੰਗ ਹੋਈ, ਜਿਸ ਵਿੱਚ ਤੈਅ ਕੀਤਾ ਗਿਆ ਕਿ ਸੋਵੀਅਤ ਤੇ ਐਂਗਲੋ ਅਮਰੀਕਨ ਫੌਜਾਂ ਆਪੋ ਆਪਣੇ ਪਾਸਿਓਂ ਜਰਮਨੀ ਦੇ ਅੰਦਰ ਕਿਹੜੀ ਹੱਦ ਉੱਤੇ ਰੁਕਣਗੀਆਂ। ਜਰਮਨੀ ਦੀ ਹਾਰ ਤਾਂ ਨਿਸ਼ਚਿਤ ਸੀ, ਪਰ ਐਂਗਲੋ ਅਮਰੀਕਨ ਧੜੇ ਦਾ ਅਗਲਾ ਦੁਸ਼ਮਣ ਵੀ ਨਿਸ਼ਚਿਤ ਸੀ ਅਤੇ ਉਹ ਸੀ ਸੋਵੀਅਤ ਸੰਘ। ਆਪਰੇਸ਼ਨ ਥੰਡਰ ਕਲੈਪ ਜਾਂ ਬਿਜਲਈ ਗਰਜ ਨਾਂ ਦਾ ਭਿਆਨਕ ਹਮਲਾ ਚਰਚਿਲ ਦੀ ਸੋਚ ਵਿੱਚੋਂ ਉਤਪੰਨ ਹੋਇਆ। ਉਹ ਚਾਹੁੰਦਾ ਸੀ ਕਿ ਜਦੋਂ ਸੋਵੀਅਤ ਫੌਜਾਂ ਡ੍ਰੈਸਡਨ ਪਹੁੰਚਣ ਤਾਂ ਸਟਾਲਿਨ ਅਤੇ ਉਸ ਦੀ ਫੌਜ ਨੂੰ ਪਤਾ ਚੱਲ ਜਾਵੇ ਕਿ ਐਂਗਲੋ ਅਮਰੀਕੀ ਤਾਕਤ ਕਿਸ ਨੂੰ ਕਹੀਦਾ ਹੈ। ਰੂਸ ਨੂੰ ਸਬਕ ਸਿਖਾਉਣ ਦਾ ਜ਼ਿਕਰ ਆਰਥਰ ਹੈਰਿਸ ਨੇ ਆਪਣੀ ਸਵੈ ਜੀਵਨੀ ਵਿੱਚ ਕੀਤਾ ਹੈ। ਸਰ ਹੈਰਿਸ ਰਾਇਲ ਏਅਰ ਫੋਰਸ ਦਾ ਮਾਰਸ਼ਲ ਸੀ ਅਤੇ ਕੁਦਰਤੀ ਤੌਰ ਤੇ ਪ੍ਰਧਾਨ ਮੰਤਰੀ ਚਰਚਿਲ ਦੇ ਬਹੁਤ ਨੇੜੇ ਸੀ। ਅਮਰੀਕਾ ਨੇ ਵੀ ਸਾਥ ਦਿੱਤਾ। ਇਸ ਲਈ ਕਿਹਾ ਜਾ ਸਕਦਾ ਹੈ ਕਿ ਚਰਚਿਲ ਨੇ ਪ੍ਰਧਾਨ ਰੂਜ਼ਵੈਲਟ ਨੂੰ ਵੀ ਮਨਾ ਕੇ ਨਾਲ ਕਰ ਲਿਆ। ਹਮਲੇ ਤੇ ਜਾਣ ਵਾਲੇ ਹਵਾਈ ਜਥਿਆਂ ਨੂੰ ਬੰਬਾਰੀ ਮਿਸ਼ਨ ਤੇ ਜਾਣ ਤੋਂ ਪਹਿਲਾਂ ਕਿਹਾ ਗਿਆ ਕਿ ਜਦੋਂ ਰੂਸੀ ਇੱਥੇ ਪਹੁੰਚਣ ਤਾਂ ਉਹ ਆਪਣੀਆਂ ਅੱਖਾਂ ਦੇ ਨਾਲ ਵੇਖ ਲੈਣ ਕਿ ਸਾਡੀ ਬੰਬਾਰ ਕਮਾਨ ਕੀ ਕੁਝ ਕਰਨ ਦੇ ਕਾਬਲ ਹੈ। ਜੇ ਤੁਸੀਂ ਬੰਦੇ ਦੇ ਪੁੱਤ ਨਾ ਬਣੇ ਤਾਂ ਤੁਹਾਡੇ ਸ਼ਹਿਰਾਂ ਨਾਲ ਵੀ ਅਜਿਹਾ ਵਾਪਰ ਸਕਦਾ ਹੈ। ਉਹਨਾਂ ਨੇ ਸ਼ਹਿਰ ਵੀ ਅਜਿਹਾ ਚੁਣਿਆ ਜਿਸ ਨੂੰ ਪਹਿਲਾਂ ਕਦੇ ਹੱਥ ਨਹੀਂ ਸੀ ਲਾਇਆ ਗਿਆ। 6 ਅਤੇ 8 ਅਗਸਤ 1945 ਨੂੰ ਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਪਹਿਲਾ ਅਣਛੋਏ ਸ਼ਹਿਰਾਂ ਉੱਤੇ ਐਟਮ ਬੰਬਾਂ ਨਾਲ ਮੁਕੰਮਲ ਤਬਾਹੀ ਲਿਆ ਕੇ ਵੀ ਸਟਾਲਿਨ ਨੂੰ ਇਹ ਜਿਤਾਇਆ ਗਿਆ ਕਿ ਐਂਗਲੋ ਅਮਰੀਕਨ ਧੜਾ ਕਿੰਨਾ ਤਾਕਤਵਰ ਹੈ। ਡ੍ਰੈਸਡਨ, ਹੀਰੋਸ਼ੀਮਾ ਅਤੇ ਨਾਗਾਸਾਕੀ ਦੀ ਬੰਬਾਰੀ ਨੇ ਸੰਸਾਰ ਅੰਦਰ ਰੂਸੀ ਧੜੇ ਅਤੇ ਪੱਛਮੀ ਧੜੇ ਵਿਚਕਾਰ ਇੱਕ ਲੰਮੀ ਠੰਡੀ ਜੰਗ ਸ਼ੁਰੂ ਕਰ ਦਿੱਤੀ। ਸੋਵੀਅਤ ਸੰਘ ਨੂੰ ਜਾਨ ਦੇ ਲਾਲੇ ਪੈ ਗਏ। ਉਸ ਦੀ ਕੁੱਲ ਸਾਇੰਸੀ ਅਤੇ ਵਿੱਤੀ ਸ਼ਕਤੀ ਐਟਮ ਬੰਬ ਬਣਾਉਣ ਤੇ ਲੱਗ ਗਈ। 29 ਅਗਸਤ 1949 ਨੂੰ ਉਹਨਾਂ ਪਹਿਲਾ ਐਟਮ ਬੰਬ ਟੈਸਟ ਕੀਤਾ। 1951 ਵਿੱਚ ਅਮਰੀਕਾ ਦੇ UNO ਦੇ ਬੁਰਕੇ ਅੰਦਰ ਉੱਤਰੀ ਕੋਰੀਆ ਦੇ ਹਮਲੇ ਵੇਲੇ ਜਨਰਲ ਮੈਕਾਰਥਰ ਨੇ ਐਟਮ ਬੰਬ ਦੀ ਵਰਤੋਂ ਲਈ ਜ਼ੋਰ ਲਗਾਇਆ, ਪਰ ਰੂਸ ਵੱਲੋਂ ਜੋ ਉੱਤਰੀ ਕੋਰੀਆ ਦਾ ਸਮਰਥਕ ਸੀ, ਜਵਾਬੀ ਕਾਰਵਾਈ ਦੇ ਡਰ ਤੋਂ ਅਜਿਹਾ ਹੋ ਨਹੀਂ ਸਕਿਆ। ਨਵੰਬਰ 1952 ਵਿੱਚ ਅਮਰੀਕਾ ਨੇ ਹਾਈਡਰੋਜਨ ਬੰਬ ਦਾ ਸਫਲ ਪਰੀਖਣ ਕੀਤਾ। ਉਸ ਦੇ ਪਿੱਛੇ 12 ਅਗਸਤ 1953 ਨੂੰ ਸੋਵੀਅਤ ਰੂਸ ਵੀ ਨਾਲ ਮਿਲ ਗਿਆ। ਅੱਜ ਦੁਨੀਆ ਅੰਦਰ ਭਾਰਤ ਸਮੇਤ 9 ਦੇਸ਼ਾਂ ਦੇ ਕੋਲ ਨਿਊਕਲੀਆਈ ਹਥਿਆਰ ਹਨ, ਜਿਨ੍ਹਾਂ ਨੂੰ ਮਿਲਾ ਕੇ ਕੁੱਲ ਗਿਣਤੀ 23,300 ਦੇ ਕਰੀਬ ਹੈ।
ਭਾਰਤ ਅਤੇ ਪਾਕਿਸਤਾਨ ਦੇ ਕੋਲ ਕਰੀਬ 5-7 ਦਰਜਨ ਅਤੇ ਚੀਨ ਕੋਲ 18 ਦਰਜਨ ਐਟਮੀ ਹਥਿਆਰ ਹਨ। ਕਈ ਦੇਸ਼ਾਂ ਦੇ ਫੌਜੀ ਕਮਾਂਡਰ ਐਟਮੀ ਹਥਿਆਰਾਂ ਦੀ ਗੱਲ ਇੰਜ ਕਰਦੇ ਹਨ ਜਿਵੇਂ ਕੋਈ ਲੱਡੂ ਜਲੇਬੀਆਂ ਹੋਣ। ਸਾਮਰਾਜੀ ਫਰੰਗੀ ਤਾਕਤਾਂ ਅਮਰੀਕਾ, ਇੰਗਲੈਂਡ ਅਤੇ ਪਿੱਛੇ ਲੁਕਿਆ ਇਜ਼ਰਾਈਲ ਨੇ ਬੇਅੰਤ ਕਿਸਮ ਦੇ ਐਟਮੀ ਹਥਿਆਰ ਤਿਆਰ ਕੀਤੇ ਅਤੇ ਇਰਾਕ ਦੇ ਅੰਦਰ ਸੱਚਮੁੱਚ ਵਰਤੇ ਹਨ। ਇਹ ਮਿੰਨੀ ਨਿਊਕ ਹਨ। 11 ਸਤੰਬਰ 2001 ਵਿੱਚ ਟਾਵਰਾਂ ਦੀ ਅੰਦਰਲੀ ਸਖਤ ਰੀੜ ਕੱਢਣ ਲਈ ਵੀ ਮਿੰਨੀ ਨਿਊਕਾਂ ਦੀ ਵਰਤੋਂ ਹੋਈ ਲੱਗਦੀ ਹੈ। ਫੌਜੀ ਅਫਸਰਾਂ ਦੇ ਮੂੰਹੋਂ ਐਟਮੀ ਬੰਬਾਂ ਦੀਆਂ ਟਾਰਾਂ ਅਤੇ ਉਹਨਾਂ ਦੀ ਦੂਰਮਾਰੀ ਦੇ ਦਮਜ਼ਗੇ ਕਿਸੇ ਦੇਸ਼ ਲਈ ਵੀ ਨਹੀਂ ਸੋਭਦੇ। ਐਟਮੀ ਸ਼ਕਤੀ ਹੋਣਾ ਬਾਹਰੀ ਦੇਸ਼ਾਂ ਦੀ ਬਲੈਕਮੇਲ ਤੋਂ ਬਚਾਉਂਦਾ ਹੈ। ਇਸ ਤੋਂ ਵੱਧ ਇਸ ਦਾ ਕਿਸੇ ਨੂੰ ਲਾਭ ਨਹੀਂ। ਐਟਮੀ ਜੰਗ ਲਈ ਲਲਕਾਰਨਾ ਜਾਂ ਫੜ ਮਾਰਨੀ ਕੋਈ ਸਿਆਣਪ ਦੀ ਗੱਲ ਨਹੀਂ। ਉੱਤਰੀ ਕੋਰੀਆ ਜੇ ਅੱਜ ਤੱਕ ਅਮਰੀਕਨ ਹਮਲੇ ਤੋਂ ਬਚਿਆ ਹੋਇਆ ਹੈ ਤਾਂ ਐਟਮ ਬੰਬ ਅਤੇ ਰਾਕਟਾਂ ਦੀ ਹੋਂਦ ਕਰਕੇ। ਇਰਾਕ ਮਰਿਆ ਤਾਂ ਬੇਹਥਿਆਰਾ ਹੋਣ ਕਰਕੇ। ਇਸ ਵੇਲੇ ਫਰੰਗੀ ਐਟਮੀ ਗਿਰਜਾਂ ਈਰਾਨ ਦੇ ਦੁਆਲੇ ਮੰਡਰਾ ਰਹੀਆਂ। ਈਰਾਨ ਇਰਾਕ ਵਾਂਗੂ ਪੂਰੀ ਤਰ੍ਹਾਂ ਬੇਬਸ ਅਤੇ ਬੇਹਥਿਆਰਾ ਨਹੀਂ ਹੈ, ਪਰ ਉਸ ਕੋਲ ਐਟਮੀ ਹਥਿਆਰ ਨਹੀਂ। ਉਸ ਕੋਲ ਰਾਕਟ ਹਨ। ਰਸਮੀ ਹਥਿਆਰਾਂ ਦੇ ਨਾਲ ਉਸ ਦੇ ਕੋਲ ਹਵਾ ਅਤੇ ਸਮੁੰਦਰ ਉੱਤੇ ਰੱਖਿਆ ਰਾਕਟ ਹਨ। ਮੱਧ ਏਸ਼ੀਆ ਦੇ ਖੇਤਰ ਨੂੰ ਫਿਰੰਗੀਆਂ ਨੇ ਰਣ ਖੇਤਰ ਵਾਂਗ ਲੈਸ ਕਰ ਦਿੱਤਾ ਹੈ। ਈਰਾਨ ਨੂੰ ਬਾਲਣ ਲਈ ਬਾਹਰੀ ਦੇਸ਼ਾਂ ਤੋਂ ਆਉਂਦੀ ਗੈਸ ਵੀ ਰੋਕਣੀ ਸ਼ੁਰੂ ਕਰ ਦਿੱਤੀ ਹੈ। ਜੰਗ ਜਿਹੀ ਹਾਲਤ ਪੈਦਾ ਹੋ ਚੁੱਕੀ ਹੈ। ਮੱਧ ਏਸ਼ੀਆ ਦੀ ਭੱਠੀ ਇੰਨੀ ਪਖਾ ਦਿੱਤੀ ਗਈ ਹੈ ਕਿ ਫਰੰਗੀਆਂ ਦਾ ਵਾਪਸ ਪਰਤ ਜਾਣਾ ਅਸੰਭਵ ਲੱਗਦਾ ਹੈ। ਇਸ ਜੰਗ ਵਿੱਚ ਕਿੰਨੇ ਡ੍ਰੈਸਡਨ ਵਾਂਗ ਸ਼ਹਿਰ ਸਾੜੇ ਜਾਣਗੇ, ਇਹ ਤਾਂ ਸਮਾਂ ਹੀ ਦੱਸੇਗਾ। ਇਸ ਭਿਆਨਕ ਸਮੇਂ ਫਰੰਗੀ ਜੁੰਡਲੀ ਦੇ ਅੰਗੂਠੇ ਹੇਠਾਂ ਬੇਅੰਤ ਅਮਨ ਪਸੰਦ ਦੇਸ਼ਾਂ ਦੇ ਮੂੰਹ ਸੀਤੇ ਪਏ ਹਨ। ਕੋਈ ਉਹ ਬਾਸਰ ਨਹੀਂ ਸਕਦਾ ਕਿ ਭਾਈ ਇਹ ਮੰਦਾ ਕਾਰਾ ਕਿਉਂ ਕਰਨ ਉੱਤੇ ਤੁਲੇ ਹੋ। ਸਾਡੇ ਜਿਹੇ ਆਜ਼ਾਦ ਦੇਸ਼ਾਂ ਨੇ ਜੰਗ ਦੀ ਸੂਰਤ ਵਿੱਚ ਬੇਅੰਤ ਮੰਦੀ ਦੇ ਵਿੱਚ ਫਸ ਜਾਣਾ ਹੈ। ਇਸ ਵਿੱਚ ਰਤਾ ਵੀ ਸ਼ੱਕ ਨਹੀਂ। ਚਲੋ, ਜੇ ਬਿਫਰੇ ਸਾਨਾਂ ਨੂੰ ਕੁਝ ਕਹਿਣ ਤੋਂ ਡਰਦੇ ਹਨ ਤਾਂ ਪਰਮਾਤਮਾ ਨੂੰ ਹੀ ਅਰਦਾਸ ਕਰ ਦੇਣ ਕਿ ਹੇ ਰੱਬ ਜੀ, ਇਹਨਾਂ ਅਥਰਿਆਂ ਵਿਗੜਿਆਂ ਨੂੰ ਸੁਮੱਤ ਦੇਵੋ ਤਾਂ ਜੋ ਧਰਤੀ ਉੱਤੇ ਅਮਨ ਦੀ ਮਿੱਠੀ ਖੁਸ਼ਬੂ ਖਿਲਰੀ ਰਹੇ। ਕਿਤਾਬ ਸੱਚ ਦੀ ਭਾਲ ਵਿੱਚ, ਭਾਗ ਪਹਿਲਾ, ਲੇਖਕ ਡਾਕਟਰ ਦਲਜੀਤ ਸਿੰਘ, ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।